सत श्री अकाल दोस्तों, वेलकम टू डोर स्टैप एजुकेशन पॉइंट। अज दी वीडियो विच पैडागोजी दे कुछ प्रश्नां नूं समझांगे एंड इस दे नाल जिहड़े कंसैप्ट ने जी उन्हां नूं भी समझण दी कोशिश करांगे। जेकर तुसी सिर्फ ते सिर्फ इन्हां वीडियोज़ नूं भी देख लैंदे हो तां मैनूं लगदा काफ़ी हद तक तुहाडी अंडरस्टैंडिंग वधेगी। इस तों इलावा अपने चैनल ते पैडागोजी दीयां थ्योरी वालियां वीडियोज़ भी फ्री ऑफ कॉस्ट ऑलरेडी अवेलेबल ने, ਤੁਸੀਂ ਉਹਨਾਂ ਨੂੰ ਵੀ ਦੇਖ ਸਕਦੇ ਹੋ। ਮੈਕਸਿਮਮ ਕੁਐਸਚਨ ਉਹਨਾਂ ਵਿੱਚੋਂ ਵੀ ਕਵਰ ਹੋ ਜਾਂਦੇ ਨੇ ਜਿਹੜੇ ਕਿ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚੋਂ ਲਏ ਗਏ ਪ੍ਰਸ਼ਨ ਨੇ। ਸੋ ਦੋਸਤੋ, ਇਸ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਇਸ ਸੈਸ਼ਨ ਦੀ PDF ਨੂੰ ਪ੍ਰਾਪਤ ਕਰਨ ਦੇ ਲਈ ਆਪਣਾ ਟੈਲੀਗ੍ਰਾਮ ਚੈਨਲ ਜਿਹਦਾ ਨੇਮ ਹੈਗਾ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਜ਼ਰੂਰ ਜੁਆਇਨ ਕਰ ਲਿਓ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, dash represent the pattern of biological, cognitive and socio-emotional processes that begins at conception and continues through the lifespan। dash ਜੀਵ ਵਿਗਿਆਨ ਬੁੱਧਾਤਮਕ ਅਤੇ ਸਮਾਜਿਕ ਭਾਵਨਾਤਮਕ ਪ੍ਰਕਿਰਿਆਵਾਂ ਦੇ ਪੈਟਰਨ ਨੂੰ ਦਰਸਾਉਂਦਾ ਹੈ ਜੋ ਗਰਭ ਅਵਸਥਾ ਤੋਂ ਸ਼ੁਰੂ ਹੁੰਦਾ ਹੈ ਅਤੇ ਜੀਵਨ ਕਾਲ ਤੱਕ ਜਾਰੀ ਰਹਿੰਦਾ ਹੈ। ਇਹੋ ਜਿਹੀ ਕਿਹੜੀ ਚੀਜ਼ ਹੈਗੀ ਆ? ਤੁਹਾਨੂੰ ਕੀ ਲੱਗਦਾ ਕਿ ਉਹ ਡਿਵੈਲਪਮੈਂਟ ਜਾਂ ਫਿਰ ਵਿਕਾਸ ਹੈ ਜਾਂ ਫਿਰ ਗਰੋਥ ਅਤੇ ਵਾਧਾ ਹੈ ਜਾਂ ਫਿਰ ਮੈਚੂਰੇਸ਼ਨ ਜਿਹਨੂੰ ਤੁਸੀਂ ਪਰਿਪੱਕਤਾ ਕਹਿੰਦੇ ਹੋ ਜਾਂ ਫਿਰ ਕੋਗਨੀਸ਼ਨ ਕਹੋਗੇ, ਬੌਧ। ਇਹਨਾਂ ਵਿੱਚੋਂ ਦੱਸੋ ਕਿਹੜੀ ਚੀਜ਼ ਹੈਗੀ ਆ ਜਿਹੜੀ ਕਿ ਚੱਲਦੀ ਰਹਿੰਦੀ ਹੈ ਨਿਰੰਤਰ ਲਗਾਤਾਰ ਹੀ ਚੱਲਦੀ ਰਹਿੰਦੀ ਹੈ। ਸੋ ਗੱਲ ਕਰਦੇ ਹਾਂ ਆਪਾਂ ਸਹੀ ਜਵਾਬ ਦੀ ਗੱਲ ਕਰਦੇ ਹਾਂ ਤੇ ਇਸ ਦੇ ਨਾਲ ਮੈਂ ਇਹਦੇ ਤੇ ਪਹਿਲਾਂ ਵੀ ਵੀਡੀਓ ਬਣਾਈ ਹੋਈ ਸੀਗੀ ਜਿਹਦੇ ਮੈਂ ਤੁਹਾਨੂੰ ਇੱਕ ਵਿਖਾ ਦਿੰਦਾ ਆ, ਤੁਸੀਂ ਵੇਖ ਸਕਦੇ ਹੋ ਕਿ ਕਰੈਕਟਰਿਸਟਿਕਸ ਆਫ ਡਿਵੈਲਪਮੈਂਟ ਵਿਕਾਸ ਦੀਆਂ ਵਿਸ਼ੇਸ਼ਤਾਵਾਂ ਜਿਹੜੀ ਕਿ ਵਰਬ ਟੂ ਟਰਮ ਲਾਈਫ ਲੌਂਗ ਪ੍ਰੋਸੈਸ ਜਾਂ ਫਿਰ ਅੰਟਿਲ ਮੈਚੁਰਿਟੀ ਤੱਕ ਚੱਲਦੀ ਰਹਿੰਦੀ ਹੈਗੀ ਹੈ। ਤੇ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਜੀ ਕੁਆਲੀਟੇਟਿਵ ਵੀ ਹੁੰਦੀ ਹੈ, ਕੁਆਂਟੀਟੇਟਿਵ ਵੀ ਹੁੰਦੀ ਹੈ, ਗਣਾਤਮਕ ਅਤੇ ਗੁਣਾਤਮਕ ਜਿਹੜੀ ਹੁੰਦੀ ਹੈ ਜੀ ਡਿਵੈਲਪਮੈਂਟ ਉਹ ਸਾਨੂੰ ਵੇਖਣ ਨੂੰ ਮਿਲਦੀ ਹੈ। ਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਕੀ ਹੋਏਗਾ ਜੀ? ਡਿਵੈਲਪਮੈਂਟ। ਸੋ ਡਿਵੈਲਪਮੈਂਟ ਤੇ ਤੁਸੀਂ ਲਗਾ ਲੈਣਾ ਹੈ ਟਿਕ। ਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਜੀ ਅੱਜ ਦੇ ਆਪਣੇ ਅਗਲੇ ਪ੍ਰਸ਼ਨ ਤੇ। ਇੱਥੇ ਤੁਸੀਂ ਡਿਵੈਲਪਮੈਂਟ ਤੇ ਟ੍ਰਿਕ ਲਗਾ ਲਿਓ ਕਿ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਜੀ ਇਹ ਨਿਰੰਤਰ ਸਾਰੀ ਜ਼ਿੰਦਗੀ ਚੱਲਦੀ ਰਹਿੰਦੀ ਹੈ, ਵਰਬ ਟੂ ਟਰਮ ਚੱਲਦੀ ਰਹਿੰਦੀ। ਲੋ ਹੂ ਅਮੰਗ ਦ ਫੋਲੋਇੰਗ ਪ੍ਰੈਜ਼ੈਂਟਡ ਸੋਸ਼ਲ ਕੰਸਟਰਕਟਿਵਿਸਟ ਅਪਰੋਚ ਟੂ ਲਰਨਿੰਗ। ਹੇਠ ਦਿੱਤਿਆਂ ਵਿੱਚੋਂ ਕਿਸ ਨੇ ਸਿੱਖਣ ਲਈ ਸਮਾਜਿਕ ਰਚਨਾਤਮਕ ਪਹੁੰਚ ਪੇਸ਼ ਕੀਤੀ ਹੈ ਜੀ? ਕਿ ਇਹਨਾਂ ਦਾ ਨਾਮ ਔਸਬੇਲ ਹੈ, ਗੈਗਨੇ ਹੈ, ਜੀਨ ਪਿਆਜੇ ਹੈ ਜਾਂ ਫਿਰ ਲੈਵ ਵਾਈਗੋਟਸਕੀ ਹੈ। ਸਹੀ ਜਵਾਬ ਦੀ ਗੱਲ ਕਰਦੇ ਹਾਂ। ਸਮਾਜ ਦੀ ਗੱਲ ਕਿਹਦੇ ਦੁਆਰਾ ਕੀਤੀ ਜਾਂਦੀ ਹੈ ਐਂਡ ਦੱਸੋ ਇਹਦਾ ਜਵਾਬ ਕੀ ਹੋਊਗਾ? ਹੂ ਅਮੰਗ ਦ ਫੋਲੋਇੰਗ ਪ੍ਰੈਜ਼ੈਂਟਡ ਅ ਸੋਸ਼ਲ ਕੰਸਟਰਕਟਿਵਿਸਟ ਅਪਰੋਚ ਟੂ ਲਰਨਿੰਗ। ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਬਿਲਕੁਲ ਸਹੀ ਹੈ, ਲੈਵ ਵਾਈਗੋਟਸਕੀ। ਲੈਵ ਵਾਈਗੋਟਸਕੀ ਇਜ਼ ਦ ਰਾਈਟ ਆਨਸਰ। ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਪੀਪਲ ਵੈਲਿਊ ਟਰਸਟ, ਕੇਅਰਿੰਗ ਐਂਡ ਲੋਇਲਟੀ ਟੂ ਅਦਰਸ as a basic for moral judgment, represent which of the following stage of Kohlberg theory of moral development? ਲੋਕ ਨੈਤਿਕ ਨਿਰਣੇ ਦੇ ਆਧਾਰ ਉੱਤੇ ਦੂਜਿਆਂ ਪ੍ਰਤੀ ਵਿਸ਼ਵਾਸ, ਦੇਖਭਾਲ ਅਤੇ ਵਫਾਦਾਰੀ ਦੀ ਕਦਰ ਕਰਦੇ ਹਨ। ਕੋਲਬਰਗ ਦੇ ਨੈਤਿਕ ਵਿਕਾਸ ਦੇ ਸਿਧਾਂਤ ਦੇ ਹੇਠਲੇ ਪੜਾਅ ਵਿੱਚੋਂ ਕਿਸ ਨੂੰ ਦਰਸਾਉਂਦਾ ਹੈ? ਤੁਹਾਨੂੰ ਗੱਲ ਦੱਸ ਦਿੰਦੇ ਆ ਕਿ ਲਾਰੈਂਸ ਕੋਲਬਰਗ ਦੁਆਰਾ ਇੱਕ ਮੋਰਲ ਡਿਵੈਲਪਮੈਂਟ ਦੀ ਥਿਊਰੀ ਡਿਵੈਲਪ ਕੀਤੀ ਗਈ ਸੀਗੀ ਐਂਡ ਇਸ ਥਿਊਰੀ ਦੇ ਵਿੱਚ ਤੁਹਾਨੂੰ ਲਗਭਗ 6 ਸਟੇਜਸ ਵੇਖਣ ਨੂੰ ਮਿਲਦੀਆਂ ਨੇ ਜੀ। 3 ਤੁਹਾਨੂੰ ਜਿਹੜੀਆਂ ਲੈਵਲਸ ਨੇ ਜੀ ਉਹ ਵੇਖਣ ਨੂੰ ਮਿਲਦੇ ਸੀਗੇ। ਤੇ ਉਹਦੇ ਵਿੱਚੋਂ ਇਹ ਦੱਸਣਾ ਆ ਕਿ ਜਦੋਂ ਬੱਚਾ ਜਾਂ ਲੋਕ ਨੈਤਿਕ ਨਿਰਣੇ ਦੇ ਆਧਾਰ ਉੱਤੇ ਦੂਜਿਆਂ ਪ੍ਰਤੀ ਵਿਸ਼ਵਾਸ, ਦੇਖਭਾਲ ਅਤੇ ਵਫਾਦਾਰੀ ਦੀ ਕਦਰ ਕਰਦੇ ਹਨ। ਸੋ ਇਹਦੇ ਵਿੱਚ ਕੋਲਬਰਗ ਦੀ ਜਿਹੜੀ ਥਿਊਰੀ ਹੈਗੀ ਆ ਉਹ ਕਿਹੜੀ ਸਟੇਜ ਵੇਖਣ ਨੂੰ ਮਿਲਦੀ ਹੈ? ਸਟੇਜ 1, ਸਟੇਜ 2 ਲਿਖਿਆ ਹੋਇਆ ਕਿ ਇੰਡੀਵਿਜੂਅਲਿਜ਼ਮ, ਪਰਪਸ ਐਂਡ ਐਕਸਚੇਂਜ। ਪੜਾਅ 2 ਵਿਅਕਤੀਵਾਦ, ਉਦੇਸ਼ ਅਤੇ ਵਟਾਂਦਰਾ। ਜਾਂ ਫਿਰ ਆਪਸ਼ਨ ਨੰਬਰ ਬੀ ਸਟੇਜ 3 ਮਿਊਚੁਅਲ ਇੰਟਰਪਰਸਨਲ ਐਕਸਪੈਕਟੇਸ਼ਨ, ਰਿਲੇਸ਼ਨਸ਼ਿਪ ਐਂਡ ਇੰਟਰਪਰਸਨਲ ਕਨਫਰਮਿਟੀ। ਪੜਾਅ 3 ਆਪਸੀ ਪਰਸਪਰ ਉਮੀਦਾਂ, ਰਿਸ਼ਤੇ ਅਤੇ ਅੰਤਰ ਵਿਅਕਤੀਗਤ। ਆਪਸ਼ਨ ਨੰਬਰ 4 ਸਟੇਜ 4 ਲਿਖਿਆ ਹੋਇਆ ਸੀ ਆਪਸ਼ਨ ਕਿ ਸੋਸ਼ਲ ਸਿਸਟਮ ਮੋਰੈਲਿਟੀ। ਪੜਾਅ 4 ਸਮਾਜਿਕ ਪ੍ਰਣਾਲੀ, ਨੈਤਿਕਤਾ। ਜਾਂ ਫਿਰ ਸਟੇਜ 1 ਹੈਟਰੋਨੋਮਸ ਮੋਰੈਲਿਟੀ, ਵਿਭਿੰਨ ਨੈਤਿਕਤਾ। ਸਹੀ ਜਵਾਬ ਵੈਸੇ ਆਪਸ਼ਨ ਨੰਬਰ ਬੀ ਹੋਊਗਾ। ਥੋੜਾ ਜਿਹਾ ਮੈਂ ਐਕਸਪਲੇਨ ਕਰ ਦਿੰਦਾ ਆ। ਇਹਦੇ ਵਿੱਚ ਵੀ ਮੇਰੇ ਦੁਆਰਾ ਇੱਕ ਥਿਊਰੀ ਜਿਹੜੀ ਹੈਗੀ ਆ ਜੀ ਉਹ ਬਣਾਈ ਗਈ ਆ ਜਿਹਦੀ ਮੈਂ
PPT ਜਿਹੜੀ ਹੈਗੀ ਆ ਜੀ ਤੁਹਾਡੇ ਸਾਹਮਣੇ ਓਪਨ ਕਰ ਦਿੰਨਾ ਆ। ਸੋ ਤੁਸੀਂ ਸਟੇਜ ਵੇਖਿਆ ਕਿਹੜੀ ਸੀਗੀ, ਇਹਦੇ ਵਿੱਚ ਸਟੇਜ ਸੀਗੀ ਜੀ ਜਿਹੜੀ ਥਰਡ ਸਟੇਜ ਹੈ। ਤੇ ਥਰਡ ਸਟੇਜ ਵਿੱਚ ਪਹਿਲਾਂ ਤੁਸੀਂ ਕੁਐਸਚਨ ਦੇਖ ਲਓ, ਲੋਕ ਕੀ ਕਰਦੇ ਨੇ ਜੀ, ਵੈਲਿਊ ਟਰਸਟ ਕਰਦੇ ਆ, ਕੇਅਰਿੰਗ ਐਂਡ ਲੋਇਲਟੀ ਟੂ ਅਦਰਸ ਐਜ਼ ਅ ਬੇਸਿਕ ਫਾਰ ਮੋਰਲ ਜਜਮੈਂਟ ਰਿਪਰੈਜ਼ੈਂਟ। ਸੋ ਇਹਦੇ ਵਿੱਚ ਜਿਹੜੀ ਸਟੇਜ ਹੈਗੀ ਆ ਉਹ ਤੁਸੀਂ ਵੇਖ ਸਕਦੇ ਹੋ ਜੀ, ਥਰਡ ਜਿਹੜੀ ਸਟੇਜ ਹੈਗੀ ਆ, ਥਰਡ ਸਟੇਜ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਹੜੀ PDF ਮੈਂ ਤੁਹਾਡੇ ਸਾਹਮਣੇ ਓਪਨ ਕੀਤੀ ਹੋਈ ਆ, ਇਹਦੇ ਵਿੱਚ ਤੁਹਾਨੂੰ ਜਿਹੜੀਆਂ 6 ਸਟੇਜਸ ਨੇ ਜੀ ਉਹ ਵੇਖਣ ਨੂੰ ਮਿਲਦੀਆਂ ਨੇ। 3 ਲੈਵਲ ਨੇ ਹੁੰਦੇ ਨੇ ਜੀ ਤੇ 6 ਸਟੇਜਸ ਵੇਖਣ ਨੂੰ ਮਿਲਦੀਆਂ ਨੇ। ਸੋ ਆਪਾਂ ਗੱਲ ਕਰ ਰਹੇ ਸੀਗੇ ਤੀਸਰੀ ਸਟੇਜ ਜਿਹੜੀ ਹੈਗੀ ਆ ਜੀ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਥਰਡ ਸਟੇਜ ਹੈਗੀ ਆ, ਇਹਦੇ ਵਿੱਚ ਇੱਕ ਕਿਸ਼ੋਰ ਆਪਣੀ ਕਲਾਸ ਵਿੱਚ ਹਰ ਕਿਸੇ ਨਾਲ ਚੰਗੇ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਦੋਸਤ ਬਣਾ ਸਕਣ ਅਤੇ ਵਿਵਾਦ ਤੋਂ ਬਚ ਸਕਣ। ਸੋ ਇਹੀ ਜਵਾਬ ਤੁਹਾਡਾ ਸਹੀ ਜਵਾਬ ਹੈਗਾ ਜੀ ਕਿ ਸਟੇਜ 3 ਕੀ ਆ, ਮਿਊਚੁਅਲ ਇੰਟਰਪਰਸਨਲ ਐਕਸਪੈਕਟੇਸ਼ਨ ਇਹਦੇ ਵਿੱਚ ਹੁੰਦੀਆਂ ਨੇ। ਪੀਪਲ ਵੈਲਿਊ ਟਰਸਟ ਕੇਅਰਿੰਗ ਐਂਡ ਲੋਇਲਟੀ ਟੂ ਅਦਰਸ ਐਜ਼ ਅ ਬੇਸਿਕ ਫਾਰ ਮੋਰਲ ਜਜਮੈਂਟ, ਤਾਂ ਜੋ ਉਹਨਾਂ ਦੀ ਰਿਸਪੈਕਟ ਹੋ ਸਕੇ, ਫਿਊਚਰ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਸੋ ਇਸ ਅਕੋਰਡਿੰਗ ਜਿਹੜਾ ਤੁਸੀਂ ਸਹੀ ਜਵਾਬ ਲਗਾਉਣਾ ਸੀਗਾ ਜੀ ਆਪਸ਼ਨ ਨੰਬਰ B ਜਵਾਬ ਨੂੰ ਤੁਸੀਂ ਕਰ ਲਿਓ ਟਿਕ ਕਿ ਆਪਸ਼ਨ ਜਿਹੜੀ ਹੈਗੀ ਆ ਸਟੇਜ ਜਿਹੜੀ ਹੈਗੀ ਆ ਜੀ ਉਹ ਥਰਡ ਜਵਾਬ ਸਹੀ ਹੈ। ਅਗਲਾ ਪ੍ਰਸ਼ਨ ਦੇਖ ਲਓ ਜੀ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ, ਸਟਰਨਬਰਗ ਦੀ ਇੰਟੈਲੀਜੈਂਸ ਦੀ ਥਿਊਰੀ ਦੀ ਗੱਲ ਕੀਤੀ ਜਾ ਰਹੀ ਹੈ। ਇੰਟਰੈਰਕਿਕ ਥਿਊਰੀ ਆਫ ਇੰਟੈਲੀਜੈਂਸ ਐਜ਼ ਗਿਵਨ ਬਾय ਸਟਰਨਬਰਗ ਵਿਚ ਆਫ ਦ ਫੋਲੋਇੰਗ ਇਜ਼ ਨਾਟ ਇਨਕਲੂਡਡ। ਸਟਰਨਬਰਗ ਦੁਆਰਾ ਦਿੱਤੀ ਗਈ ਬੁੱਧੀ ਦੇ ਤਿਕੋਣੀ ਸਿਧਾਂਤ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ? ਕੀ ਇਹਦਾ ਜਵਾਬ ਸਪੇਸ਼ਲ ਹੈ, ਸਥਾਨਕ, ਆਪਸ਼ਨ ਨੰਬਰ B ਐਨਾਲਿਟਿਕਲ ਵਿਸ਼ਲੇਸ਼ਣਾਤਮਕਤਾ, ਜਾਂ ਫਿਰ ਆਪਸ਼ਨ ਨੰਬਰ C ਕ੍ਰੀਏਟਿਵ ਰਚਨਾਤਮਕ, ਜਾਂ ਫਿਰ ਆਪਸ਼ਨ ਨੰਬਰ D ਪ੍ਰੈਕਟੀਕਲ। PCA ਤੋਂ ਤੁਸੀਂ ਯਾਦ ਕਰ ਲਿਓ, ਪਹਿਲਾਂ ਤੁਸੀਂ ਸਹੀ ਜਵਾਬ ਦੱਸ ਦਿਓ ਸਹੀ ਜਵਾਬ ਕੀ ਹੈ ਜੀ। PCA ਤੋਂ ਜੇਕਰ ਤੁਸੀਂ ਯਾਦ ਕੀਤਾ ਹੋਇਆ ਜਾਂ ਫਿਰ ਕੈਪ ਤੋਂ ਯਾਦ ਕਰ ਲਓ, P ਤੋਂ ਪ੍ਰੈਕਟੀਕਲ, C ਤੋਂ ਕ੍ਰੀਏਟਿਵ, A ਤੋਂ ਐਨਾਲਿਟਿਕਲ। ਵੇਖੋ ਐਨਾਲਿਟਿਕਲ ਵੀ ਹੈ, ਪ੍ਰੈਕਟੀਕਲ ਵੀ ਹੈ, ਕ੍ਰੀਏਟਿਵ ਵੀ ਹੈ, ਬਟ ਸਪੈਸ਼ਲ ਹੈ ਨਹੀਂ। ਸੋ ਜਿਹੜੀ ਸਟਰਨਬਰਗ ਦੁਆਰਾ ਥਿਊਰੀ ਦਿੱਤੀ ਗਈ ਹੈ ਇੰਟੈਲੀਜੈਂਸ ਦੀ, ਜਿਹਦੀ ਵੀਡੀਓ ਵੀ ਮੈਂ ਬਣਾਈ ਹੋਈ ਹੈ ਥਿਊਰੀ ਵਾਲੀ, ਜੇਕਰ ਵੀਡੀਓ ਦੀ ਮੈਂ ਗੱਲ ਕਰਾਂ। ਸੋ ਆਪਸ਼ਨ ਨੰਬਰ ਜਿਹੜਾ ਇਹ ਜਵਾਬ ਹੈਗਾ ਜੀ, ਇਹ ਤੁਹਾਡਾ ਬਿਲਕੁਲ ਸਹੀ ਜਵਾਬ ਹੈਗਾ ਜੀ। ਤੇ ਆਪਾਂ ਚੱਲਦੇ ਹਾਂ ਜੀ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ, ਵਿਚ ਆਫ ਦ ਫੋਲੋਇੰਗ ਰਿਪਰੈਜ਼ੈਂਟ ਦ ਐਕੁਆਜੀਸ਼ਨ ਆਫ ਟ੍ਰੈਡੀਸ਼ਨਲ ਮੈਸਕੂਲਿਨ ਔਰ ਫੈਮਿਨਿਨ ਰੋਲ। ਸੋ ਇੱਥੇ ਤੁਸੀਂ ਦੱਸਣਾ ਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਰੰਪਰਾਗਤ ਮਰਦ ਜਾਂ ਇਸਤਰੀ ਭੂਮਿਕਾ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ? ਕੀ ਇਹਦਾ ਜਵਾਬ ਜੈਂਡਰ ਰੋਲਸ ਹੈ, ਜਾਂ ਫਿਰ ਜੈਂਡਰ ਟਾਈਪਿੰਗ ਹੈ, ਜੈਂਡਰ ਇੰਟੀਗ੍ਰੇਸ਼ਨ ਹੈ, ਜਾਂ ਫਿਰ ਜੈਂਡਰ ਸਟੀਰੀਓਟਾਈਪਿੰਗ ਹੈ? ਸਹੀ ਜਵਾਬ ਦੀ ਜੇਕਰ ਗੱਲ ਕਰੀਏ ਤਾਂ ਇਹਦਾ ਜਵਾਬ ਹੋਏਗਾ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਮੈਸਕੂਲਿਨ ਜਾਂ ਫਿਰ ਫੈਮਿਨਿਨ ਰੋਲ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਪਰੰਪਰਾਗਤ ਮਰਦ ਜਾਂ ਇਸਤਰੀ ਭੂਮਿਕਾ ਦੀ ਪ੍ਰਾਪਤੀ ਨੂੰ ਦਰਸਾਉਂਦਾ ਹੈ? ਸੋ ਜੈਂਡਰ ਟਾਈਪਿੰਗ ਇਹਦਾ ਜਵਾਬ ਸਹੀ ਹੋਊਗਾ ਜੀ। ਵੈਸੇ ਇਹਦੇ ਤੇ ਵੀ ਮੈਂ ਇੱਕ ਥਿਊਰੀ ਬਣਾਈ ਸੀ ਕਿ ਜਿਹਦੇ ਬਾਰੇ ਆਪਾਂ ਸਮਝ ਲੈਂਦੇ ਹਾਂ ਕਿ ਜੈਂਡਰ ਟਾਈਪਿੰਗ ਦੇ ਵਿੱਚ ਕਿਹੜੀ ਗੱਲ ਇੱਥੇ ਕੀਤੀ ਜਾ ਰਹੀ ਹੈ। ਸੋ ਤੁਸੀਂ ਜੈਂਡਰ ਟਾਈਪਿੰਗ ਦੀ ਡੈਫੀਨੇਸ਼ਨ ਦੇਖ ਸਕਦੇ ਹੋ, the process of learning and adopting behavior and characteristics that are considered appropriate for one's gender including traditional masculine and or feminine roles and behavior। ਸੋ ਮਤਲਬ ਕਿ ਟ੍ਰੈਡੀਸ਼ਨਲੀ ਜਿਹੜੀਆਂ ਚੀਜ਼ਾਂ ਇੱਕ ਜੈਂਡਰ ਦੇ ਲਈ ਠੀਕ ਹੁੰਦੀਆਂ ਨੇ, ਉਸ ਪ੍ਰੋਸੈਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਕੁਝ ਬਿਹੇਵੀਅਰਸ ਨੂੰ ਅਡਾਪਟ ਕਰ ਲੈਂਦੇ ਆ ਜਿਹੜੀਆਂ ਕਿਸੇ ਦੇ ਜੈਂਡਰ ਦੇ ਲਈ ਸਹੀ ਹੁੰਦੀਆਂ ਨੇ, ਇਹਦੇ ਵਿੱਚ ਆਪਾਂ ਮੈਸਕੂਲਿਨ ਜਾਂ ਫਿਰ ਫੈਮਿਨਿਨ ਰੋਲ ਦੀ ਵੀ ਗੱਲ ਕਰਦੇ ਹਾਂ। ਸੋ ਇਹੀ ਜਿਹੜੀ ਡੈਫੀਨੇਸ਼ਨ ਹੈਗੀ ਆ ਜੀ, ਇਹ ਤੁਹਾਡੇ ਉਸ ਪ੍ਰਸ਼ਨ ਦੀ ਡੈਫੀਨੇਸ਼ਨ ਹੈਗੀ ਆ ਜਾਂ ਫਿਰ ਜੋ ਪ੍ਰਸ਼ਨ ਦੀ ਡਿਮਾਂਡ ਸੀਗੀ। ਬਾਕੀ ਦੀਆਂ ਜਿਹੜੀਆਂ ਆਪਸ਼ਨਾਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਬਾਕੀ ਇਹ ਵੀਡੀਓ ਵੀ ਆਪਣੇ ਚੈਨਲ ਤੇ ਅਵੇਲੇਬਲ ਹੈਗੀ ਆ, ਤੁਸੀਂ ਇਹਨੂੰ ਵੀ ਦੇਖ ਸਕਦੇ ਹੋ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ ਸਹੀ ਜਵਾਬ ਦੀ। ਸਹੀ ਜਵਾਬ ਜਿਹੜਾ ਸੀਗਾ ਜੀ ਉਹ ਤੁਸੀਂ ਦੇਖ ਸਕਦੇ ਹੋ, ਆਪਸ਼ਨ ਨੰਬਰ B ਜਵਾਬ ਸਹੀ ਹੈ ਜੀ। ਤੇ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ, ਪੈਵਲੋਵ ਦੇ ਐਕਸਪੈਰੀਮੈਂਟ ਦੀ ਗੱਲ ਕੀਤੀ ਜਾ ਰਹੀ ਹੈ। ਪੈਵਲੋਵ ਗੇਵ ਫੂਡ to the dog only after ringing the bell, not after any other sound. Represent which of the following concept? ਪੈਵਲੋਵ ਦੇ ਪ੍ਰਯੋਗਾਂ ਵਿੱਚ ਪਾਵਲੋਵ ਨੇ ਕੁੱਤੇ ਨੂੰ ਘੰਟੀ ਵਜਾਉਣ ਤੋਂ ਬਾਅਦ ਹੀ ਭੋਜਨ ਦਿੱਤਾ, ਨਾ ਕਿ ਕਿਸੇ ਹੋਰ ਆਵਾਜ਼ ਤੋਂ ਬਾਅਦ। ਸੋ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਧਾਰਨਾਵਾਂ ਨੂੰ ਦਰਸਾਉਂਦਾ ਆ? ਕੀ ਇਹਦਾ ਜਵਾਬ ਜਰਨਲਾਈਜੇਸ਼ਨ ਹੈ, ਸੁਧਾਰੀਕਰਨ, ਜਾਂ ਫਿਰ ਆਪਸ਼ਨ ਨੰਬਰ B ਡਿਸਕ੍ਰਿਮੀਨੇਸ਼ਨ ਵਿਤਕਰਾ, ਜਾਂ ਫਿਰ ਐਕਸਟਿੰਕਸ਼ਨ ਅਲੋਪ ਹੋਣਾ, ਜਾਂ ਫਿਰ ਸੈਂਸਟਾਈਜੇਸ਼ਨ। ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰਦੇ ਹਾਂ, ਇੱਕ ਬੈਲ ਵਜਾਈ ਜਾ ਰਹੀ ਹੈ। ਬੈਲ ਇੱਕ ਸਪੈਸੀਫਿਕ ਬੈਲ ਹੈਗੀ ਆ। ਵੈਸੇ ਆਵਾਜ਼ਾਂ ਤਾਂ ਉਸ ਕੁੱਤੇ ਦੇ ਆਲੇ ਦੁਆਲੇ ਹੋਰ ਵੀ ਆਉਂਦੀਆਂ ਹੋਣਗੀਆਂ, ਬਟ ਇੱਕ ਸਪੈਸੀਫਿਕ ਬੈਲ ਵਜਾਉਣ ਤੋਂ ਬਾਅਦ ਹੀ ਉਸ ਕੁੱਤੇ ਨੂੰ ਖਾਣਾ ਦਿੱਤਾ ਜਾ ਰਿਹਾ। ਇਹਦਾ ਮਤਲਬ ਕੀ ਹੈਗਾ ਆ, ਕਿਹੜੇ ਕੰਸੈਪਟ ਨੂੰ ਦਰਸਾ ਰਿਹਾ? ਸੋ ਇਹ ਹੈਗੀ ਆ ਜੀ ਡਿਸਕ੍ਰਿਮੀਨੇਸ਼ਨ। ਮਤਲਬ ਕਿ ਹੋਰ ਸਾਊਂਡ ਤੇ ਜਿਹੜੀ ਸਾਊਂਡ ਪੈਵਲੋਵ ਦੁਆਰਾ ਪਲੇ ਕੀਤੀ ਜਾਊਗੀ ਬੈਲ ਦੀ, ਸੋ ਉਹਦੇ ਵਿੱਚ ਜਿਹੜਾ ਕੁੱਤਾ ਹੈਗਾ ਜੀ ਡਿਸਕ੍ਰਿਮੀਨੇਟ ਕਰ ਪਾ ਰਿਹਾ, ਡਿਸਟਿੰਕਸ਼ਨ ਕਰ ਪਾ ਰਿਹਾ, ਫਿਰ ਹੀ ਜਿਹੜਾ ਕੁੱਤਾ ਹੈਗਾ ਜੋ ਉਹਦੇ ਮੂੰਹ 'ਚ ਪਾਣੀ
ਆ ਜਾਂਦਾ ਆ ਜਦੋਂ ਵੀ ਬੈਲ ਵੱਜਦੀ ਹੈਗੀ ਆ। ਸੋ ਇਹਦਾ ਜਵਾਬ ਆਊਗਾ ਜੀ ਡਿਸਕ੍ਰਿਮੀਨੇਸ਼ਨ ਇਸ ਕਨਸੈਪਟ ਨੂੰ ਹੀ ਦਰਸਾਇਆ ਜਾ ਰਿਹਾ ਇਸ ਦੇ ਵਿੱਚ। ਸੋ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਲਿਓ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਕੰਸੈਪਟ ਆਫ ਚਾਈਲਡ ਸੈਂਟਰਡ ਐਜੂਕੇਸ਼ਨ ਇਜ਼ ਐਡਵੋਕੇਟਡ ਬਾਈ, ਬਾਲ ਕੇਂਦਰਿਤ ਸਿੱਖਿਆ ਦੇ ਸੰਕਲਪ ਦੀ ਵਕਾਲਤ ਕੀਤੀ ਹੈ। ਸੋ ਤੁਹਾਨੂੰ ਕੀ ਲੱਗਦਾ ਆ ਚਾਈਲਡ ਸੈਂਟਰਡ ਐਜੂਕੇਸ਼ਨ ਦੀ ਗੱਲ ਕਿਹਦੇ ਦੁਆਰਾ ਕੀਤੀ ਗਈ ਹੈ? ਕੀ ਇਹਨਾਂ ਦਾ ਨਾਮ ਜੌਨ ਡੀਵੀ ਹੈ ਜਾਂ ਫਿਰ ਇਹਨਾਂ ਦਾ ਨਾਮ ਜਿਹੜਾ ਹੈਗਾ ਜੀ ਪੈਸਟੋਲੋਜੀ ਦੁਆਰਾ ਜਾਂ ਫਿਰ ਹਰਬਰਟ ਦੁਆਰਾ ਜਾਂ ਫਿਰ ਫਰੋਬਲ ਦੁਆਰਾ? ਸਹੀ ਜਵਾਬ ਤੁਹਾਡਾ ਹੈਗਾ ਜੀ ਕੀ ਹੈਗਾ ਜੀ ਜੌਨ ਡੀਵੀ ਨੇ ਗੱਲ ਕੀਤੀ ਹੈਗੀ ਹੈ ਚਾਈਲਡ ਸੈਂਟਰਡ ਐਜੂਕੇਸ਼ਨ ਦੀ, ਕਿ ਬੱਚਾ ਹੋਊਗਾ ਜੀ ਕੇਂਦਰ ਦੇ ਵਿੱਚ ਤੇ ਆਪਾਂ ਕੀ ਕਰਨਾ ਆ, ਆਪਾਂ ਬੱਚੇ ਦੇ ਆਲੇ ਦੁਆਲੇ। ਇਹਦਾ ਮਤਲਬ ਇਹ ਹੈ ਕਿ ਆਪਾਂ ਬੱਚੇ ਨੂੰ ਮੁੱਖ ਰੱਖਣਾ ਆ। ਜੇ ਬੱਚੇ ਨੂੰ ਤੁਸੀਂ ਕੁਝ ਪੜ੍ਹਾ ਰਹੇ ਹੋ, ਬੱਚੇ ਨੂੰ ਸਮਝ ਨਹੀਂ ਆ ਰਿਹਾ ਤਾਂ ਤੁਸੀਂ ਆਪਣਾ ਮੈਥਡ ਚੇਂਜ ਕਰੋ, ਨਾ ਕਿ ਬੱਚੇ ਵਿੱਚ ਕੋਈ ਕਮੀ ਹੈ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਪੀਟਰ ਸੈਲਵੋਵੇ ਦੀ ਇੱਕ ਥਿਊਰੀ ਹੈਗੀ ਆ ਜਿਹਦਾ ਤੁਹਾਨੂੰ ਪ੍ਰਸ਼ਨ ਪੁੱਛਿਆ ਜਾ ਰਿਹਾ। ਸੋ ਇਹਦੇ ਵਿੱਚ ਇਮੋਸ਼ਨਲ ਇੰਟੈਲੀਜੈਂਸ ਦੀ ਜਿਹੜੀ ਇੱਕ ਥਿਊਰੀ ਹੈਗੀ ਆ ਪੀਟਰ ਸੈਲਵੋਵੇ ਦੁਆਰਾ ਦਿੱਤੀ ਗਈ ਹੈ। ਉਹਦੇ ਵਿੱਚ ਉਹਨਾਂ ਨੇ ਪੁੱਛਿਆ ਆ ਕਿ ਦੱਸੋ ਥੱਲੇ ਦਿੱਤੀਆਂ ਗਈਆਂ ਆਪਸ਼ਨਾਂ ਦੇ ਵਿੱਚੋਂ ਉਹਨਾਂ ਦੀ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ ਕਿਹੜੀ ਗੱਲ ਨਹੀਂ ਲਿਖੀ ਹੋਈ। ਸੋ ਆਪਸ਼ਨ ਨੰਬਰ ਏ ਵਿੱਚ ਤਾਂ ਲਿਖਿਆ ਹੋਇਆ ਪਰਸੀਵਿੰਗ ਇਮੋਸ਼ਨ, ਭਾਵਨਾਵਾਂ ਨੂੰ ਸਮਝਣਾ। ਆਪਸ਼ਨ ਨੰਬਰ ਬੀ ਮੈਨੇਜਿੰਗ ਇਮੋਸ਼ਨ, ਭਾਵਨਾਵਾਂ ਦਾ ਪ੍ਰਬੰਧ ਕਰਨਾ। ਆਪਸ਼ਨ ਨੰਬਰ ਸੀ ਯੂਜ਼ਿੰਗ ਇਮੋਸ਼ਨ, ਭਾਵਨਾਵਾਂ ਦੀ ਵਰਤੋਂ ਕਰਨਾ। ਤੇ ਆਪਸ਼ਨ ਨੰਬਰ ਡੀ ਕੰਟਰੋਲਿੰਗ ਇਮੋਸ਼ਨ, ਭਾਵਨਾਵਾਂ ਨੂੰ ਕਾਬੂ ਕਰਨਾ। ਸੋ ਸਹੀ ਜਵਾਬ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਇਹਦਾ ਜਵਾਬ ਹੋਊਗਾ ਜੀ ਕੰਟਰੋਲਿੰਗ ਇਮੋਸ਼ਨ। ਕੰਟਰੋਲਿੰਗ ਇਮੋਸ਼ਨ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਹਨਾਂ ਨੇ ਗੱਲ ਕੀਤੀ ਸੀਗੀ ਪਰਸੀਵਿੰਗ ਇਮੋਸ਼ਨ ਦੀ, ਮੈਨੇਜਿੰਗ ਇਮੋਸ਼ਨ ਦੀ, ਯੂਜ਼ਿੰਗ ਇਮੋਸ਼ਨ ਦੀ। ਠੀਕ ਹੈ ਜੀ, ਸਹੀ ਜਵਾਬ ਤੁਹਾਡਾ ਕੰਟਰੋਲਿੰਗ ਇਮੋਸ਼ਨ ਆਊਗਾ। ਇੱਕ ਵਾਰ ਮੈਂ ਥਿਊਰੀ ਵੀ ਤੁਹਾਨੂੰ ਦਿਖਾ ਦਿੰਦਾ ਆ। ਸੋ ਜਿਹਦੇ ਆਪਾਂ ਸੈਲਵੋਵੇ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਇਸ PDF ਦੇ ਵਿੱਚ ਜਿਹੜੀ ਮੈਂ ਤੁਹਾਡੇ ਸਾਹਮਣੇ ਓਪਨ ਕੀਤੀ ਹੋਈ ਆ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਇੱਕ ਵੀਡੀਓ ਡੈਨੀਅਲ ਗੋਲਮੈਨ ਦੀ ਇਮੋਸ਼ਨਲ ਇੰਟੈਲੀਜੈਂਸ ਥਿਊਰੀ ਨੂੰ ਵੀ ਡਿਸਕਸ ਕੀਤਾ ਹੋਇਆ ਤੇ ਪੀਟਰ ਸੈਲਵੋਵੇ ਦੀ ਜਿਹੜੀ ਥਿਊਰੀ ਹੈਗੀ ਆ ਉਹਨਾਂ ਦੀ ਥਿਊਰੀ ਨੂੰ ਵੀ ਡਿਸਕਸ ਕੀਤਾ ਹੋਇਆ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਥਿਊਰੀ ਹੈਗੀ ਆ ਇਹਦੇ ਵਿੱਚ ਇਹਨਾਂ ਨੇ ਪਰਸੀਵਿੰਗ ਇਮੋਸ਼ਨ ਦੀ ਗੱਲ ਕੀਤੀ ਹੈ, ਯੂਜ਼ਿੰਗ ਇਮੋਸ਼ਨ ਦੀ ਗੱਲ ਕੀਤੀ ਹੈ, ਅੰਡਰਸਟੈਂਡਿੰਗ ਇਮੋਸ਼ਨ ਦੀ ਗੱਲ ਕੀਤੀ ਹੈ, ਮੈਨੇਜਿੰਗ ਇਮੋਸ਼ਨ ਦੀ ਗੱਲ ਕੀਤੀ ਹੈ, ਬਟ ਕਿਤੇ ਵੀ ਉਹਨਾਂ ਨੇ ਕੰਟਰੋਲਿੰਗ ਇਮੋਸ਼ਨ ਦੀ ਗੱਲ ਤਾਂ ਕੀਤੀ ਨਹੀਂ। ਸੋ ਇਸ ਅਕੋਰਡਿੰਗ ਜਿਹੜਾ ਤੁਹਾਡਾ ਸਹੀ ਜਵਾਬ ਬਣੇਗਾ ਉਹ ਕੀ ਬਣੇਗਾ ਜੀ ਕੰਟਰੋਲਿੰਗ ਇਮੋਸ਼ਨ। ਸੋ ਆਪਸ਼ਨ ਨੰਬਰ ਡੀ ਜਵਾਬ ਤੁਹਾਡਾ ਬਿਲਕੁਲ ਸਹੀ ਹੋਏਗਾ ਜੀ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਅਗਲਾ ਪ੍ਰਸ਼ਨ ਹੈਗਾ ਜੀ CCE ਤੋਂ ਰਿਲੇਟਡ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਦਾ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਦੱਸੋ ਇੰਟਰੋਡਿਊਸ ਇਹਨੂੰ ਕਦੋਂ ਕੀਤਾ ਗਿਆ ਸੀਗਾ? ਕਿ ਇਹ ਨਿਰੰਤਰ ਅਤੇ ਵਿਆਪਕ ਮੁਲਾਂਕਣ ਦੀ ਧਾਰਨਾ ਸਾਲ ਡੈਸ਼ ਵਿੱਚ ਪੇਸ਼ ਕੀਤੀ ਗਈ ਸੀਗੀ? ਕੀ 2010 ਦੇ ਵਿੱਚ, 2005 ਦੇ ਵਿੱਚ, 2009 ਦੇ ਵਿੱਚ ਜਾਂ ਫਿਰ 2004 ਦੇ ਵਿੱਚ? ਸੋ ਸਭ ਤੋਂ ਪਹਿਲਾਂ ਇਹਨੂੰ ਪੇਸ਼ ਕੀਤਾ ਗਿਆ ਸੀਗਾ 2010 ਦੇ ਵਿੱਚ। ਸੋ ਆਪਸ਼ਨ ਨੰਬਰ ਏ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ। ਕਨਫਲਿਕਟ ਥਿਊਰੀ ਦੀ ਗੱਲ ਕੀਤੀ ਜਾ ਰਹੀ ਹੈ, ਦੱਸਣਾ ਹੈ ਵੀ ਇਹ ਕਿਹਦੇ ਦੁਆਰਾ ਦਿੱਤਾ ਗਿਆ ਸਿਧਾਂਤ ਹੈ। ਕਨਫਲਿਕਟ ਥਿਊਰੀ ਇਜ਼ ਗਿਵਨ ਬਾय, ਸੰਘਰਸ਼ ਸਿਧਾਂਤ ਦਿੱਤਾ ਗਿਆ ਹੈ ਐਮਿਲੇ ਦੁਰਖਾਈਮ ਦੁਆਰਾ, ਕਾਰਲ ਮੈਕਸ ਦੁਆਰਾ, ਰੋਬਰਟ ਸਟੋਲੇ ਦੁਆਰਾ ਜਾਂ ਫਿਰ ਮੈਕਸ ਵੈਬਨਰ ਦੁਆਰਾ। ਸੋ ਇਹਦਾ ਜਿਹੜਾ ਸਹੀ ਜਵਾਬ ਹੈਗਾ ਜੀ ਉਹ ਕਿਹਦੇ ਦੁਆਰਾ ਦਿੱਤਾ ਗਿਆ ਆ ਇਹ ਦੱਸੋ ਮੈਨੂੰ। ਸੋ ਤੁਸੀਂ ਨਾ ਇਹਦੇ ਲਈ ਵੀ ਇੱਕ ਪਹਿਲਾਂ ਸਹੀ ਜਵਾਬ ਤੁਸੀਂ ਲਗਾ ਦਿਓ ਐਂਡ ਮੈਂ ਨਾ ਇਹਦੇ ਤੇ ਵੀ ਇੱਕ ਤੁਸੀਂ ਦੇਖ ਸਕਦੇ ਹੋ ਕਿ ਕਾਰਲ ਮਾਰਕਸ ਦੀ ਜਿਹੜੀ ਥਿਊਰੀ ਹੈਗੀ ਆ, ਕਾਰਲ ਮਾਰਕਸ ਕਨਫਲਿਕਟ ਥਿਊਰੀ, ਐਂਡ ਇਹਦੀ ਵੀ ਮੈਂ ਇੱਕ ਬਣਾਈ ਹੋਈ ਆ ਜੀ ਵੀਡੀਓ, ਤੁਸੀਂ ਉਹ ਜ਼ਰੂਰ ਦੇਖ ਸਕਦੇ ਹੋ। ਸੋ ਇਹਦੇ ਵਿੱਚ ਜਿਹੜਾ ਤੁਹਾਡਾ ਸਹੀ ਜਵਾਬ ਬਣੂਗਾ ਜੀ ਉਹ ਕੀ ਬਣੂਗਾ, ਐਂਡ ਤੁਸੀਂ ਥਿਊਰੀ ਨੂੰ ਵੀ ਪੌਜ਼ ਕਰਕੇ ਦੇਖ ਸਕਦੇ ਹੋ ਜਾਂ ਫਿਰ ਵੀਡੀਓ ਵੀ ਦੇਖ ਸਕਦੇ ਹੋ। ਸੋ ਇਹਦੇ ਵਿੱਚ ਸਹੀ ਜਵਾਬ ਤੁਹਾਡਾ ਬਣ ਗਿਆ ਸੀਗਾ ਜੀ ਆਪਸ਼ਨ ਨੰਬਰ ਬੀ ਜਵਾਬ ਨੂੰ ਤੁਸੀਂ ਲਗਾ ਦਿਓ ਟਿਕ ਤੇ ਇਹੀ ਤੁਹਾਡਾ ਸਹੀ ਜਵਾਬ ਬਣੇਗਾ ਜੀ ਕਾਰਲ ਮਾਰਕਸ। ਅੱਗੇ ਪ੍ਰਸ਼ਨ ਦੇਖੋ ਜਿਹਦੇ ਵਿੱਚ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਵਿਚ ਆਫ ਦਾ ਫੋਲੋਇੰਗ ਕਲਾਸਰੂਮ ਇਨਵਾਇਰਨਮੈਂਟ ਪਲੇਸਿਸ ਨੋ ਡਿਮਾਂਡ ਔਨ ਦ ਸਟੂਡੈਂਟਸ ਆਫ ਐਨੀ ਸ਼ਾਰਟ ਐਂਡ ਸਟੂਡੈਂਟਸ ਆਰ ਐਕਟਿਵਲੀ ਸਪੋਰਟਡ ਇਨ ਦੇਅਰ ਐਫਰਟ ਟੂ ਸੀਕ ਦੇਅਰ ਓਨ ਐਂਡਸ ਯੂਜ਼ਿੰਗ ਐਨੀ ਰੀਜ਼ਨੇਬਲ ਮੀਨਸ। ਹੇਠ ਲਿਖਿਆਂ ਵਿੱਚੋਂ ਕਿਹੜਾ ਕਲਾਸਰੂਮ ਮਾਹੌਲ ਕਿਸੇ ਵੀ ਕਿਸਮ ਦੇ ਵਿਦਿਆਰਥੀਆਂ ਦੇ ਕੋਈ ਮੰਗ ਨਹੀਂ ਰੱਖਦਾ ਅਤੇ ਵਿਦਿਆਰਥੀ ਕਿਸੇ ਵੀ ਵਾਜਬ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਉਦੇਸ਼ਾਂ ਦੀ ਭਾਲ ਕਰਨ ਦੇ ਯਤਨਾਂ ਵਿੱਚ ਸਰਗਰਮੀ ਨਾਲ ਸਮਰਥਨ ਕਰਦੇ ਹਨ? ਉਹ ਦੱਸੋ ਪੇਰੈਂਟ ਸਟਾਈਲ ਇਹੋ ਜਿਹਾ ਕਿਹੜਾ ਆ? ਕੀ ਇਹ ਅਥੋਰਿਟੇਟਿਵ ਸਟਾਈਲ ਹੈਗਾ ਆ, ਇੰਡਲਜੈਂਟ ਸਟਾਈਲ ਹੈ, ਪਰਮਿਸਿਵ ਸਟਾਈਲ ਹੈ ਜਾਂ ਫਿਰ ਡੈਮੋਕ੍ਰੈਟਿਕ ਸਟਾਈਲ ਹੈ? ਸੋ ਇਹਦੇ ਵਿੱਚ ਇਹੋ ਜਿਹੇ ਕਲਾਸਰੂਮ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਕੋਈ ਡਿਮਾਂਡ ਨਹੀਂ ਰੱਖੀ ਜਾ ਰਹੀ ਬੱਚਿਆਂ ਦੇ ਅਤੇ ਵਿਦਿਆਰਥੀ ਕਿਸੇ ਵੀ ਵਾਜਬ ਸਾਧਨਾਂ ਦੀ ਵਰਤੋਂ ਕਰਕੇ ਆਪਣੇ ਉਦੇਸ਼ਾਂ ਦੀ ਭਾਲ ਕਰਨ ਦੇ ਯਤਨਾਂ ਵਿੱਚ ਸਰਗਰਮੀ ਨਾਲ ਸਮਰਥਨ ਕਰਦੇ ਹੈਗੇ ਆ ਜੀ। ਸੋ ਇਹ ਹੈਗਾ ਜੀ ਪਰਮਿਸਿਵ ਸਟਾਈਲ। ਪਰਮਿਸਿਵ ਸਟਾਈਲ ਇਹਦਾ ਸਹੀ ਜਵਾਬ ਹੋਊਗਾ ਜੀ। ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਜਿਹੜੇ ਪੇਰੈਂਟਸ ਹੁੰਦੇ ਨੇ ਜੀ ਉਹ ਵਾਰਮ ਹੁੰਦੇ ਨੇ ਜਾਂ ਫਿਰ ਬੱਚਿਆਂ ਨੂੰ ਜਿਹੜਾ ਪਿਆਰ ਹੈਗਾ ਜੀ ਉਹ ਦਿੰਦੇ ਨੇ। ਐਕਸਪੈਕਟੇਸ਼ਨ ਬਹੁਤ ਘੱਟ ਹੁੰਦੀਆਂ ਨੇ, ਰੂਲਸ ਵੀ ਬਹੁਤ ਘੱਟ ਹੁੰਦੇ ਹੈਗੇ ਆ। ਸੋ ਇਹੀ ਜਿਹੜਾ ਜਵਾਬ ਹੈਗਾ ਜੀ ਇਸ ਅਕੋਰਡਿੰਗ। ਸੋ ਆਪਸ਼ਨ ਨੰਬਰ ਸੀ ਜਵਾਬ ਤੁਹਾਡਾ ਸਹੀ ਬਣੇਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਦੇ ਉੱਤੇ।
वैसे इस ते भी थ्योरी मैं बनाई हुई आ, अपने चैनल ते पई है। अगला प्रश्न देखो जी, जिथे तुहाडे तो प्रश्न पुछया जा रहा, डैनियल गोलमैन की कोई थ्योरी हैगी आ जिथे तुसी देख सकते हो कि विच ऑफ द फॉलोइंग रिप्रजेंटेड द 4 क्लस्टर ऑफ इमोशनल इंटैलीजेंस गिवन बाय गोलमैन 2001। गोलमैन 2001 द्वारा दिते गए भावनात्मक बुद्धि के 4 समूहों ਨੂੰ ਹੇਠ ਦਿੱਤੇ ਵਿੱਚੋਂ ਕਿਹੜਾ ਦਰਸਾਉਂਦਾ ਆ कि यह सैल्फ अवेयरनेस, सोशल अवेयरनेस, सैल्फ मैनेजमेंट एंड रिलेशनशिप मैनेजमेंट है, या फिर सैल्फ मोटिवेशन, सोशल अवेयरनेस, सैल्फ मैनेजमेंट, रिलेशनशिप मैनेजमेंट होगा, या फिर ऑप्शन नंबर सी सैल्फ अवेयरनेस, सोशल अवेयरनेस, सैल्फ कंसैप्ट एंड रिलेशनशिप मैनेजमेंट, सैल्फ कंसैप्ट, सोशल अवेयरनेस, सैल्फ कॉन्सैप्ट एंड रिलेशनशिप मैनेजमेंट। सही जवाब की जेकर गल करिए ऑप्शन नंबर ए जवाब तुहाडा सही होगा। जेकर मैं इस थ्योरी की गल करा तो डैनियल गोलमैन द्वारा एक थ्योरी दी गई सी जिहदी तुसीं स्क्रीन ते देख सकते हो, जिहदे विच की कुछ कहा जा रहा आ तुसीं देख सकते हो। आपां गल कर रहे हैं डैनियल गोलमैन के इमोशनल इंटैलीजेंस थ्योरी नूं, जिहदे विच इन्हां ने गल कीती है जी सैल्फ अवेयरनेस, सैल्फ रैगूलेशन, मोटिवेशन, एंपैथी, सोशल स्किल्स। सो सोशल स्किल्स नूं तुसीं देख सकते हो इत्थे सैल्फ अवेयरनेस दे नाल जिहड़ियां होर ऑप्शनां ने जी उन्हां नाल तुसीं रिलेट कर सकते हो, क्योंकि इत्थे तुहानूं एग्जैक्ट जिहड़ियां ऑप्शनां ने जी वो वेखण नूं नहीं मिलणगीਆਂ। सैल्फ अवेयरनेस एंड सोशल अवेयरनेस जिथे तुसी इन्हां नूं रिलेट कर सकते हो। सैल्फ अवेयरनेस तो चलो मिल गया, सोशल स्किल नूं तुसी सोशल अवेयरनेस नाल कर सकते हो। रिलेशनशिप वाली जिहड़ी गल सीगी जी एंपैथी दे नाल, ते कंट्रोल वाली जिहड़ी गल सीगी जी सैल्फ रैगूलेशन दे नाल तुसी रिलेट कर सकते हो। बाकी यही थ्योरी सीगी, इस अकॉर्डिंग जिहड़ा तुहाडा सही जवाब बनेगा जी वो की बनेगा जी ऑप्शन नंबर ए जवाब तुहाडा सही बन जाएगा, तो इहदे ते तुसी लगा देना है टिक, तो बाकी दीयां ऑप्शनां हो जाणगीਆਂ गलत। तो चलते हैं जी अज दे अपने सैकेंड लास्ट प्रश्न के उत्ते। पुछा जा रहा तुहानूं विच असैसमेंट टैकनीक इज सबजैक्टिव इन नेचर, किहड़ी मुलांकन तकनीक सुभाव विच व्यक्तिगत है, ऑब्जैक्टिव टाइप क्वेश्चन है, या फिर क्विज है, रेटिंग स्केल है, मल्टीपल टाइप क्वेश्चनस है। सो तुसीं जेकर ध्यान नाल निगाह मारदे हो तो सही जवाब की बनूगा ऑब्जैक्टिव टाइप क्वेश्चन, क्विज ते मल्टीपल टाइप क्वेश्चन। तो ऑब्जैक्टिव ने जी ऑब्जैक्टिव इन नेचर, बट सबजैक्टिव इन नेचर जिहड़ा हैगा जी रेटिंग स्केल हैगा आ। रेटिंग स्केल दे विच काफ़ी सारियां चीज़ां हो सकदियां ने जिहदे नाल आपां कोई टैसट लै रहे हैं या फिर बच्चों का कर रहे हैं। सो ऑप्शन नंबर जिहड़ा सी जवाब हैगा जी ये तुहाडा बिल्कुल ही सही जवाब होगा जी। सो इस दे नाल चलदे हैं अज दे अपने लास्ट प्रश्न के उत्ते। जिहड़ा अज दा अपना लास्ट प्रश्न हैगा जी जिहदे विच आपां गल कर रहे हैं बेस्ट चाइल्ड सेंटर्ड अप्रोच ऑफ लर्निंग की, जिहदे विच सिੱਖਣ ਦੀ सब तो वधिया बाल केंद्रित पहुँच है। ਇਹਦਾ ਜਿਹੜਾ ਜਵਾਬ ਹੈਗਾ ਜੀ ਤੁਸੀਂ ਦੱਸਣਾ ਆ ਬੈਸਟ ਚਾਈਲਡ ਸੈਂਟਰਡ ਅਪਰੋਚ ਆਫ ਲਰਨਿੰਗ ਇਜ਼, ਸਿੱਖਣ ਦੀ ਸਭ ਤੋਂ ਵਧੀਆ ਬਾਲ ਕੇਂਦਰਿਤ ਪਹੁੰਚ ਕਿਹੜੀ ਹੈਗੀ ਆ ਜੀ। ਇਨਕੁਆਇਰੀ ਬੇਸਡ ਲਰਨਿੰਗ ਹੈ, ਪੁੱਛਗਿੱਛ ਆਧਾਰਿਤ ਸਿਖਲਾਈ, ਕਨਸੈਪਟ ਫਾਰਮੇਸ਼ਨ, ਸੰਕਲਪ ਨਿਰਮਾਣ, ਜਾਂ ਫਿਰ ਆਪਸ਼ਨ ਨੰਬਰ ਸੀ ਪ੍ਰੋਜੈਕਟ ਬੇਸਡ ਲਰਨਿੰਗ, ਪ੍ਰੋਜੈਕਟ ਆਧਾਰਿਤ ਸਿਖਲਾਈ, ਜਾਂ ਫਿਰ ਲੈਕਚਰ। ਸੋ ਇਹਦਾ ਸਹੀ ਜਵਾਬ ਹੋਗਾ ਜੀ ਆਪਸ਼ਨ ਨੰबर ए ਇਨਕੁਆਇਰੀ ਬੇਸਡ ਲਰਨਿੰਗ ਦੇ ਵਿੱਚ ਜਿਹੜਾ ਬੱਚਾ ਹੈਗਾ ਜੀ ਇਹ ਬੈਸਟ ਚਾਈਲਡ ਸੈਂਟਰਡ ਅਪਰੋਚ ਹੈਗੀ ਆ, ਕਿਉਂਕਿ ਇਹਦੇ ਵਿੱਚ ਬੱਚਾ ਇਨਕੁਆਇਰੀ ਕਰੇਗਾ, ਆਪਣੀ ਨੌਲੇਜ ਖੁਦ ਕ੍ਰੀਏਟ ਕਰੇਗਾ। ਸੋ ਇਸ ਅਕੋਰਡਿੰਗ ਜਿਹੜਾ ਸਹੀ ਜਵਾਬ ਹੈਗਾ ਜੀ ਆਪਸ਼ਨ ਨੰबर ए ਇਜ਼ ਦਾ ਰਾਈਟ ਆਨਸਰ। ਤੇ ਇਹ ਸੀਗਾ ਜੀ ਅੱਜ ਦਾ ਆਪਣਾ ਲਾਸਟ ਪ੍ਰਸ਼ਨ। ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਤੁਹਾਡੇ ਇੱਥੇ 15 ਵਿੱਚੋਂ ਕਿੰਨੇ ਨੰਬਰ ਆਏ ਨੇ, ਤਾਂ ਜੋ ਮੈਨੂੰ ਪਤਾ ਲੱਗ ਸਕੇ ਤੁਹਾਡਾ ਜਿਹੜਾ ਧਿਆਨ ਹੈਗਾ ਜੀ ਪੜ੍ਹਾਈ ਵਿੱਚ ਉਹ ਕਿੰਨਾ ਕੁ ਹੈਗਾ ਆ। ਤੇ ਦੋਸਤੋ ਸੈਸ਼ਨ ਪਸੰਦ ਆਇਆ ਹੋਵੇ ਤਾਂ ਸੈਸ਼ਨ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ, ਕਿਉਂਕਿ ਆਪਣਾ ਜਿਹੜਾ ਚੈਨਲ ਹੈਗਾ ਜੀ ਫ੍ਰੀ ਆਫ ਕਾਸਟ ਜਿੰਨਾ ਪੋਸੀਬਲ ਹੋ ਰਿਹਾ ਜੀ ਆਪਾਂ ਉਹਨਾਂ ਕਰ ਰਹੇ ਹਾਂ। ਵੇਖੋ ਸਕੂਲ ਟਾਈਮ ਤੋਂ ਬਾਅਦ ਵੀ ਟਾਈਮ ਮੈਨੇਜ ਕਰਕੇ ਜਿਵੇਂ ਵੀ PPT ਵਗੈਰਾ ਬਣਾ ਕੇ ਤੁਹਾਡੇ ਲਈ ਜੇਕਰ ਕੰਟੈਂਟ ਲੈ ਕੇ ਆ ਰਹੇ ਹਾਂ ਤੇ ਤੁਹਾਡਾ ਵੀ ਫਰਜ਼ ਬਣਦਾ ਆ ਐਪਰੀਸ਼ੀਏਟ ਕੀਤਾ ਜਾਵੇ। ਸੋ ਦੋਸਤੋ ਸੈਸ਼ਨ ਨੂੰ ਲਾਈਕ ਕਰ ਦਿਓ। ਟੈਲੀਗ੍ਰਾਮ ਚੈਨਲ ਹੈਗਾ ਜੀ ਜਿਹਦਾ ਨਾਮ ਹੈਗਾ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਨੂੰ ਵੀ ਜੁਆਇਨ ਕਰ ਲਿਓ। ਸੋ ਦੋਸਤੋ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬਲੈਸ ਯੂ ਆਲ।